ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸ਼ੁਕਰ ਵਾਹਿਗੁਰੂ ਜੀ ਦਾ। ਸਹਿਜੇ ਸਹਿਜੇ ਅਰਥਾਂ ਸਮੇਤ ਸਹਿਜ ਪਾਠ ਕਰਦੇ ਹਾਂ। ਅੱਜ ਆਪਾਂ ਪਹੁੰਚੇ ਹਾਂ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਵਨ ਅੰਗ 411 ਦੇ ਉੱਪਰ ਅੰਕਿਤ ਕੱਲ੍ਹ ਤੱਕ ਆਸਾ ਰਾਗ ਦੇ ਵਿੱਚ ਪੰਜਵੇਂ ਪਾਤਸ਼ਾਹ ਦੇ ਸ਼ਬਦ ਚੱਲ ਰਹੇ ਸੀ, ਪਰ ਅੱਜ ਇਸ ਪਾਵਨ ਅੰਗ 411 ਦੇ ਉੱਪਰ ਇੱਕ ਸ਼ਬਦ ਨੌਵੇਂ ਪਾਤਸ਼ਾਹ ਦਾ ਤੇ ਅੱਗੋਂ ਜਿਹੜੀ ਪਹਿਲੇ ਪਾਤਸ਼ਾਹ ਦੀ ਅਸ਼ਟਪਦੀ ਹੈ। ਆਓ ਪਹਿਲਾਂ ਨੌਵੇਂ ਪਾਤਸ਼ਾਹ ਦੇ ਬਚਨਾਂ ਦੇ ਦੀਦਾਰ ਕਰੀਏ ਜੀ। ਸ਼ੁਰੂਆਤ ਵਿੱਚ ਮੂਲ ਮੰਤਰ ਦਾ ਸੰਖੇਪ ਰੂਪ ਹੈ, ਇੱਕ ਓੰਕਾਰ ਸਤਿਗੁਰ ਪ੍ਰਸਾਦ ਵਾਹਿਗੁਰੂ ਜੀ ਇੱਕ ਹੈ। ਇੱਕ ਰਸ ਵਿਆਪਕ ਨੇ ਹਰ ਥਾਂ ਤੇ ਨਿਜ਼ਮ ਬਣ ਕੇ, ਸੱਚਾ ਗਿਆਨ ਬਣ ਕੇ, ਗੁਣ ਬਣ ਕੇ, ਸ਼ਕਤੀਆਂ ਬਣ ਕੇ ਸਮਾਏ ਹੋਏ ਨੇ। ਉਹ ਸੱਚਾ ਗਿਆਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਵਿੱਚ ਵੀ ਹੈ, ਹਰ ਵਰਤਾਰੇ ਵਿੱਚ ਵੀ ਹੈ। ਸੱਚਾ ਗਿਆਨ ਸਮਝ ਲੱਗ ਜਾਵੇ, ਮਨ ਨੂੰ ਚੰਗਾ ਲੱਗੇ, ਮਨ ਮੰਨਣ ਲੱਗ ਜਾਵੇ, ਉਹ ਜੋ ਸੱਚਾ ਗਿਆਨ ਹੈ ਉਹ ਰੱਬ ਦਾ ਵੀ ਸਤਿਗੁਰ ਸਰੂਪ ਹੈ ਤੇ ਗੁਰੂ ਪਿਤਾ ਜੀ ਦਾ ਵੀ ਸਤਿਗੁਰ ਸਰੂਪ ਹੈ। ਜਦੋਂ ਸਤਿਗੁਰ ਸਰੂਪ ਦੀ ਕਿਰਪਾ ਹੁੰਦੀ ਹੈ, ਭਾਵ ਮਨ ਮੰਨਣ ਤੁਰ ਪੈਂਦਾ ਹੈ, ਉਹ ਸੱਚੇ ਗਿਆਨ ਦਾ ਪ੍ਰਭਾਵ ਬਣਦਾ ਹੈ ਤੇ ਵਾਹਿਗੁਰੂ ਜੀ ਦੀ ਹੋਂਦ ਹਰ ਥਾਂ ਤੇ ਫਿਰ ਹਾਜ਼ਰ ਨਾਜ਼ਰ ਮਹਿਸੂਸ ਹੁੰਦੀ ਹੈ। ਗੁਰੂ ਪਾਤਸ਼ਾਹ ਜੀ ਵਾਹਿਗੁਰੂ ਜੀ ਅੰਗ ਸੰਗ ਹਾਜ਼ਰ ਨਾਜ਼ਰ ਮਹਿਸੂਸ ਹੁੰਦੇ ਨੇ। ਅੱਗੋਂ ਇਹ ਆਸਾ ਰਾਗ ਦਾ 233ਵਾਂ ਸ਼ਬਦ ਹੈ। ਆਸਾ ਰਾਗ ਦੇ ਵਿੱਚ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਜੀ ਦਾ ਇੱਕੋ ਹੀ ਸ਼ਬਦ ਹੈ। ਰਾਗ ਆਸਾ ਮਹੱਲਾ ਨੌਵਾਂ, ਨੌਵੇਂ ਪਾਤਸ਼ਾਹ ਧੰਨ ਗੁਰੂ ਤੇਗ ਬਹਾਦਰ ਸਾਹਿਬ ਜੀ ਮਹਾਰਾਜ ਆਸਾ ਰਾਗ ਦੇ ਵਿੱਚ ਬਚਨ ਕਰ ਰਹੇ ਨੇ। ਬਿਰਥਾ ਕਹੋਂ ਕੌਣ ਸਿਉ ਮਨ ਕੀ, ਕੌਣ ਸਿਉ ਕਿਹਦੇ ਕੋਲੇ ਆਪਣੇ ਮਨ ਦੀ ਬਿਰਥਾ ਦੱਸਾਂ। ਲੋਭ ਗਰਸਿਓ ਦਸ ਹੁੰਦੇ ਸਤਾਵਤ, ਆਸਾ ਲਾਗਿਓ ਧਨ ਕੀ ਰਹਾਓ। ਇਹ ਮਨ ਲੋਭ ਦੇ ਵਿੱਚ ਫਸ ਗਿਆ। ਹਰ ਵੇਲੇ ਇੱਕ ਤ੍ਰਿਸ਼ਨਾ ਲੱਗੀ ਹੈ, ਵੱਧ ਤੋਂ ਵੱਧ ਪੈਸਾ ਪ੍ਰਾਪਰਟੀ ਕਿਵੇਂ ਬਣਾ ਲਵਾਂ, ਆਸਾ ਲਾਗਿਓ ਧਨ ਕੀ। ਇਹਦੇ ਵਾਸਤੇ ਇਹ ਮਨ ਦਸਾਂ ਦਿਸ਼ਾਵਾਂ ਵਿੱਚ ਭੱਜਦਾ ਹੈ, ਦੌੜਦਾ ਹੈ, ਬਹੁਤ ਕੁਝ ਗਵਾ ਰਿਹਾ। ਮੈਂ ਕਿਹਦੇ ਕੋਲੇ ਇਹ ਮਨ ਦੀ ਬਿਰਥਾ, ਮਨ ਦਾ ਦੁੱਖ ਦੱਸਾਂ। ਰਹਾਓ ਸੈਂਟਰਲ ਆਈਡੀਆ ਹੈ ਸ਼ਬਦ ਦਾ। ਸੁਖ ਕੈ ਹੇਤ ਬਹੁਤ ਦੁੱਖ ਪਾਵਤ, ਸੇਵ ਕਰਤ ਜਨ ਜਨ ਕੀ। ਉਹ ਜਿਨ੍ਹਾਂ ਨੂੰ ਇਹ ਸੁਖ ਮੰਨੀ ਬੈਠਾ ਹੈ, ਸੁੱਖਾਂ ਦੇ ਸਾਧਨ ਪੈਸਾ ਪ੍ਰਾਪਰਟੀ, ਉਹਨੂੰ ਪ੍ਰਾਪਤ ਕਰਨ ਵਾਸਤੇ ਦੁੱਖ ਚੱਲੀ ਜਾਂਦਾ ਹੈ। ਚਿੰਤਾਵਾਂ, ਵਿਘਨ, ਰੁਕਾਵਟਾਂ ਉਹਦੇ ਵਿੱਚ ਫਸਿਆ ਹੋਇਆ। ਸਾਰੀ ਜ਼ਿੰਦਗੀ ਕਮਾਈ ਕਰਦਾ ਸੁੱਖ ਨਹੀਂ ਮਾਣ ਸਕਿਆ। ਸੁੱਖ ਮਾਣਨ ਦਾ ਸਮਾਂ ਆਇਆ ਤੇ ਸੁੱਖ ਮਾਣਨ ਜੋਗਾ ਨਹੀਂ ਰਿਹਾ। ਸਾਰੀ ਜ਼ਿੰਦਗੀ ਇਹਨਾਂ ਪ੍ਰਾਪਤੀਆਂ ਪਿੱਛੇ ਸੇਵ ਕਰਤ ਜਨ ਜਨ ਕੀ ਦੇ ਅਰਥ ਹੈ ਲੋਕ ਲਾਜ, ਖੁਸ਼ਾਮਦ, ਚਾਪਲੂਸੀਆਂ, ਲੋਕਾਂ ਨੂੰ ਖੁਸ਼ ਕਰਨ ਤੇ ਹੀ ਰਹਿ ਗਿਆ, ਆਪ ਖੁਸ਼ੀਆਂ ਖੱਟ ਨਾ ਸਕਿਆ। ਆਪਣਾ ਸਵਾਰਥ ਪੂਰਾ ਕਰਨ ਵਾਸਤੇ ਚਾਪਲੂਸੀਆਂ ਕਰਦਾ ਰਿਹਾ, ਖੁਸ਼ਾਮਦਾਂ ਕਰਦਾ ਰਿਹਾ। ਦੁਆਰ ਹੈ ਦੁਆਰ ਸਵਾਨ ਜਿਉ ਡੋਲਤ, ਨਹ ਸ਼ੁੱਧ ਰਾਮ ਭਜਨ ਕੀ। ਜਿਵੇਂ ਸਵਾਨ ਹੁੰਦਾ ਕੁੱਤਾ, ਜਿਵੇਂ ਕੁੱਤਾ ਦਰ ਦਰ ਤੇ ਭਟਕਦਾ ਹੈ, ਇਸੇ ਤਰ੍ਹਾਂ ਇਹ ਮਨ ਜਿਹੜਾ ਹੈ, ਇਹਨੂੰ ਰਾਮ ਦੇ ਭਜਨ ਦਾ ਨਹੀਂ ਪਤਾ ਲੱਗਿਆ, ਉਹਦੇ ਨਿਜ਼ਮ ਵਿੱਚ ਜਿਉਣਾ ਨਹੀਂ ਆਇਆ। ਰੱਬੀ ਉਪਦੇਸ਼ ਜ਼ਿੰਦਗੀ ਵਿੱਚ ਮੰਨ ਕੇ ਸੋਚ ਸੁਭਾਅ 'ਤੇ ਲਾਗੂ ਕਰਕੇ ਜਿਉਣੇ ਨਹੀਂ ਆਏ। ਉਹਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਨਹੀਂ ਮਾਨਣਾ ਆਇਆ। ਮਾਨਸ ਜਨਮ ਅਕਾਰਥ ਖੋਵਤ, ਲਾਜ ਨਾ ਲੋਕ ਹਸਨ ਕੀ। ਇਹਦਾ ਮਨੁੱਖਾ ਜਨਮ ਵਿਅਰਥ ਗਿਆ, ਵਿਅਰਥ ਜਾ ਰਿਹਾ ਤੇ ਲੋਕਾਂ ਦੇ ਵਿੱਚ ਜਿਹੜਾ ਹੈ ਉਹ ਹੱਸਦਾ ਹੈ, ਹਾਸਾ ਠੱਠਾ ਇੱਧਰ ਉੱਧਰ ਦੀਆਂ ਗੱਲਾਂ, ਆਪਣਾ ਮਨ ਪਰਚਾਵਾ ਕਰਦਾ ਹੈ। ਲਾਜ ਨਾ
ਇਹਨੂੰ ਸ਼ਰਮ ਨਹੀਂ ਆ ਰਹੀ ਕਿ ਤੂੰ ਲੋਕਾਂ ਦੀਆਂ ਗੱਲਾਂ ਕਰ ਕਰਕੇ ਖੁਸ਼ੀ ਮਨਾਉਣਾ ਹੈ, ਆਪਣੇ ਘਰ ਵਿੱਚੋਂ ਖੁਸ਼ੀ ਗਵਾਈ ਬੈਠਾ ਹੈ, ਆਪਣੀ ਜ਼ਿੰਦਗੀ 'ਚੋਂ ਆਨੰਦ ਰਸ ਗਵਾਈ ਬੈਠਾ ਹੈ। ਇਹਨੂੰ ਲਾਜ ਨਹੀਂ, ਲੱਜਾ ਨਹੀਂ ਆ ਰਹੀ, ਸ਼ਰਮ ਨਹੀਂ ਆ ਰਹੀ। ਨਾਨਕ ਹਰ ਜਸ ਕਿਉ ਨਹੀਂ ਗਾਵਤ, ਕਮਤ ਬਿਨਾਸੈ ਤਨ ਕੀ। ਇਹ ਨਾਨਕ ਜੀ, ਇੱਦਾਂ ਗੁਰੂ ਤੇਗ ਬਹਾਦਰ ਸਾਹਿਬ ਜੀ ਆਪਣੇ ਆਪ ਨੂੰ ਕਹਿੰਦੇ ਨੇ, ਸਮਝਾਉਂਦੇ ਨੇ, ਐ ਮਨਾ ਤੂੰ ਹਰੀ ਦਾ ਜਸ ਕਿਉਂ ਨਹੀਂ ਗਾਉਂਦਾ। ਜਿੱਥੇ ਬੈਠਦਾ ਹੈ ਐਵੇਂ ਹਾਸੇ ਠੱਠੇ ਦੀਆਂ ਗੱਲਾਂ ਕਰਦਾ, ਲਾਜ ਨਾ ਲੋਕ ਹੱਸਣ ਕੀ। ਤੈਨੂੰ ਸ਼ਰਮ ਨਹੀਂ ਆਉਂਦੀ। ਉੱਥੇ ਰੱਬ ਦੇ ਗੁਣਾਂ ਦੀਆਂ ਗੱਲਾਂ ਕਰ ਲਿਆ ਕਰ, ਰੱਬ ਦੀਆਂ ਬਖਸ਼ਿਸ਼ਾਂ, ਰੱਬ ਦੇ ਨਿਜ਼ਮ, ਰੱਬ ਦੀਆਂ ਸ਼ਕਤੀਆਂ, ਰੱਬੀ ਉਪਦੇਸ਼, ਇਹਦੀਆਂ ਵਿਚਾਰਾਂ ਕਿਉਂ ਨਹੀਂ ਕਰਦਾ। ਇਹ ਹਰੀ ਦਾ ਜਸ ਹੈ। ਜੇ ਤੂੰ ਇਹ ਵਿਚਾਰਾਂ ਕਰਨ ਲੱਗ ਜਾਵੇਂ, ਤੇਰੇ ਤੇ ਗੁਰੂ ਕੀਆਂ ਵਿਚਾਰਾਂ, ਰੱਬੀ ਉਪਦੇਸ਼, ਰੱਬ ਦੇ ਗੁਣਾਂ ਦੀਆਂ ਵਿਚਾਰਾਂ ਦਾ ਅਸਰ ਪਵੇਗਾ। ਇਹ ਜਿਹੜੀ ਖੋਟੀ ਮੱਤ ਹੈ ਅੰਦਰੋਂ ਦੂਰ ਹੋ ਜਾਏਗੀ। ਕਮਤ ਬਿਨਾਸੈ ਤਨ ਕੀ। ਰਾਗ ਆਸਾ, ਮਹੱਲਾ ਪਹਿਲਾ, ਅਸ਼ਟਪਦੀਆਂ, ਘਰ ਦੂਜਾ, ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਸਾ ਰਾਗ ਦੇ ਵਿੱਚ ਧੰਨ ਗੁਰੂ ਨਾਨਕ ਪਾਤਸ਼ਾਹ ਜੀ ਦੀ ਅਸ਼ਟਪਦੀ ਹੈ। ਇੱਥੋਂ ਹੁਣ ਅਸ਼ਟਪਦੀਆਂ ਸ਼ੁਰੂ ਹੋ ਗਈਆਂ, ਇਸ ਕਰਕੇ ਸਮਿਟਰੀ ਮੁਤਾਬਕ ਪਹਿਲੇ ਪਾਤਸ਼ਾਹ ਦੀ ਅਸ਼ਟਪਦੀ ਹੈ। 8 ਪਦਿਆਂ ਦਾ ਸ਼ਬਦ ਹੈ ਇਹ। ਸਵਰ ਤਾਲ ਦੇ ਭੇਦ ਅਨੁਸਾਰ ਦੂਜੇ ਘਰ ਵਿੱਚ ਸਤਿਗੁਰੂ ਜੀ ਗਾਉਂਦੇ ਸੀ ਅਤੇ ਦੂਜੇ ਘਰ ਵਿੱਚ ਗਾਉਣ ਦਾ ਹੁਕਮ ਹੈ। ਵਾਹਿਗੁਰੂ ਜੀ ਇੱਕ ਰਸ ਵਿਆਪਕ ਹੈ। ਸੱਚੇ ਗਿਆਨ ਸਤਿਗੁਰ ਸਰੂਪ ਦੀ ਕਿਰਪਾ ਹੋਵੇ ਤੇ ਉਹਦੀ ਹੋਂਦ ਮਹਿਸੂਸ ਹੁੰਦੀ ਹੈ। ਇਹ ਜਿਹੜਾ ਸ਼ਬਦ ਹੈ, ਇਹਦੀਆਂ ਆਖਰੀ 2 ਪੰਕਤੀਆਂ ਪੜ੍ਹ ਕੇ ਦੇਖੋ। ਆਖਰੀ 2 ਪੰਕਤੀਆਂ ਨੇ, ਸੁਣ ਭਰਥਰ ਨਾਨਕ ਕਹੈ ਵਿਚਾਰ, ਨਿਰਮਲ ਨਾਮ ਮੇਰਾ ਆਧਾਰ। ਇਹਦਾ ਮਤਲਬ ਇੱਥੇ ਭਰਥਰੀ ਜੋਗੀ ਦੇ ਨਾਲ ਵਿਚਾਰ ਹੋ ਰਹੀ ਹੈ। ਜੋਗੀ ਕਹਿੰਦੇ ਨੇ ਸਾਡਾ ਮਤ ਰੱਬ ਨੂੰ ਮਿਲਾਉਣ ਵਾਲਾ ਹੈ, ਸਾਡੇ ਮਤ ਨਾਲ ਬਖਸ਼ਿਸ਼ ਮਿਲਦੀ ਹੈ। ਸਤਿਗੁਰੂ ਜੀ ਕਹਿਣ ਲੱਗੇ ਨਹੀਂ ਮਿਲੀ। ਤੁਸੀਂ ਤਾਂ ਪਰਿਵਾਰ ਛੱਡ ਕੇ, ਬੱਚੇ ਛੱਡ ਕੇ, ਘਰ-ਬਾਰ ਛੱਡ ਕੇ ਇੱਥੇ ਆ ਕੇ ਬੈਠ ਗਏ ਹੋ। ਅੰਦਰ ਕਲਪਨਾ ਚਿੰਤਾਵਾਂ ਵਿੱਚ ਜਿਉ ਰਹੇ ਹੋ। ਹੁਣ ਜੋ ਗੱਲਾਂ ਹੋ ਰਹੀਆਂ ਨੇ, ਸਤਿਗੁਰੂ ਜੀ ਉਹਨੂੰ ਉਹਦੀਆਂ ਨਿਸ਼ਾਨੀਆਂ ਦੱਸ ਕੇ ਅਤੇ ਗੁਰਮੁਖ ਜੀਵਨ ਦਾ ਅੰਦਰਲਾ ਜੋ ਸੋਚ ਸੁਭਾਅ ਦਾ ਸਟਰਕਚਰ ਹੈ ਉਹ ਸਾਹਮਣੇ ਰੱਖ ਰਹੇ ਨੇ। ਉੱਤਰ ਅਵਕਟ ਸਰਵਰ ਨਹਾਵੈ, ਬਕੈ ਨਾ ਬੋਲੈ ਹਰ ਗੁਣ ਗਾਵੈ। ਸਤਿਗੁਰੂ ਜੀ ਕਹਿੰਦੇ ਐ ਭਰਥਰੀ, ਤੂੰ ਪਹਾੜਾਂ ਦੀ ਚੋਟੀ ਤੋਂ ਉਤਰ ਕੇ ਕਿਸੇ ਨੀਚੇ ਜਾ ਕੇ ਕਿਸੇ ਸਰੋਵਰ 'ਤੇ ਇਸ਼ਨਾਨ ਕਰਦਾ, ਨਾ ਕਿਸੇ ਨਾਲ ਬੋਲਦਾ, ਪਰ ਤੇਰੀ ਇਸ ਪ੍ਰਕਿਰਿਆ ਦੇ ਨਾਲ ਕੋਈ ਦੁਨੀਆ ਨੂੰ ਫਰਕ ਨਹੀਂ ਪੈ ਰਿਹਾ। ਪਰ ਗੁਰੂ ਕਾ ਗੁਰਸਿੱਖ ਹੰਕਾਰ ਦੀ ਚੋਟੀ ਤੋਂ ਉਤਰਦਾ ਹੈ, ਨਿਮਰਤਾ ਵਿੱਚ ਜਿਉਂਦਾ ਹੈ ਅਤੇ ਗੁਰੂ ਦੇ ਬਚਨਾਂ ਰਾਹੀਂ, ਰੱਬੀ ਉਪਦੇਸ਼, ਗੁਰਬਾਣੀ ਦੀਆਂ ਸਿੱਖਿਆਵਾਂ ਰਾਹੀਂ ਆਪਣੇ ਅੰਦਰਲੀ ਮੈਲ ਧੋਂਦਾ ਹੈ। ਸੁਣਿਆ ਮੰਨਿਆ ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ। ਇੱਥੇ ਬਕੈ ਨਾ ਬੋਲਿਆ ਦੇ ਅਰਥ ਹੈ ਉਹ ਵਿਅਰਥ ਨਹੀਂ ਬੋਲਦਾ। ਉਹ ਬੋਲਦਾ ਹੈ ਗੁਰਮੁਖ, ਉਹਦੇ ਬੋਲਾਂ ਵਿੱਚ ਕੋਈ ਦਮ ਹੁੰਦਾ ਹੈ, ਉਹਦੇ ਬੋਲਾਂ ਵਿੱਚ ਸੰਦੇਸ਼ ਹੁੰਦੇ ਨੇ, ਉਹਦੇ ਬੋਲਾਂ ਵਿੱਚ ਹਲੂਣੇ ਹੁੰਦੇ ਨੇ, ਉਹਦੇ ਬੋਲਾਂ ਵਿੱਚ ਝੰਜੋੜੇ ਹੁੰਦੇ ਨੇ। ਉਹ ਵਿਅਰਥ ਨਹੀਂ ਬੋਲਦਾ, ਉਹ ਰੱਬ ਦੇ ਗੁਣਾਂ ਨੂੰ ਗਾਉਂਦਾ ਹੈ, ਗੁਣਾਂ ਅਨੁਸਾਰ ਜੀਵਨ ਜਿਉਂਦਾ ਹੈ, ਗੁਣਾਂ ਦਾ ਸ਼ੁਕਰਾਨਾ ਕਰਦਾ ਹੈ, ਗੁਣਾਂ ਨਾਲ ਪਰਉਪਕਾਰ ਕਰਦਾ ਹੈ। ਜਲ ਆਕਾਸ਼ੀ ਸੁਨ ਸਮਾਵੈ। ਜਿਵੇਂ ਜਲ ਜਿਹੜਾ ਪਾਣੀ ਹੈ, ਧੁੱਪ ਪੈਂਦੀ ਹੈ, ਬਾਸ਼ਪੀਕਰਨ ਹੁੰਦਾ ਹੈ, ਉੱਪਰ ਚਲਿਆ ਜਾਂਦਾ, ਬੱਦਲ ਬਣਦਾ ਹੈ। ਇਸੇ ਤਰ੍ਹਾਂ ਗੁਰੂ ਕਾ ਗੁਰਸਿੱਖ ਸੁਨ ਸਮਾਵੈ ਦੇ ਅਰਥ ਹੈ ਉੱਚੀ ਸੋਚ। ਗੁਰਸਿੱਖ ਦਾ ਗੁਰਮਤਿ ਅਨੁਸਾਰ ਸੁਨ ਸਮਾਧੀ ਹੈ, ਉੱਚੀ ਸੋਚ, ਜਿਸ ਵਿੱਚ ਘਸੇ ਪਿਟੇ ਨੀਵੇਂ ਪੱਧਰ ਦੇ, ਨਿੰਦਾ ਚੁਗਲੀ ਦੇ, ਚਾਪਲੂਸੀਆਂ ਦੇ, ਖੁਸ਼ਾਮਦ ਦੇ ਉਹਦੇ ਅੰਦਰ ਵਿਚਾਰ ਹੀ ਨਹੀਂ ਉੱਠਦੇ, ਸੋਚਾਂ ਹੀ ਨਹੀਂ ਉੱਠਦੀਆਂ। ਉੱਚੀ ਸੋਚ ਹੀ ਗੁਰਮਤਿ ਅਨੁਸਾਰ ਸੁਨ ਸਮਾਧੀ ਹੈ। ਰਾਸ ਸਤ ਝੋਲ ਮਹਾਰਸ ਪਾਵੈ, ਅਤੇ ਉਹ ਫਿਰ ਸ਼ਾਂਤੀ ਦਾ ਰਸ ਘੋਲ ਘੋਲ ਕੇ ਇਸ ਰਸ ਨੂੰ ਪੀਂਦੇ ਨੇ। ਭਾਵ ਵਿਚਾਰਾਂ ਦੇ ਵਿੱਚ, ਸੋਚਾਂ ਦੇ ਵਿੱਚ, ਭਾਵਨਾਵਾਂ, ਜਜ਼ਬਿਆਂ ਵਿੱਚ ਉਹ ਸ਼ਾਂਤੀ ਦੇ ਰਸ ਨੂੰ ਪੀਂਦੇ ਨੇ। ਅੰਦਰੋਂ ਸੰਤੁਸ਼ਟ ਹੁੰਦੇ ਨੇ, ਅੰਦਰੋਂ ਸਬਰ ਸੰਤੋਖ ਵਿੱਚ ਹੁੰਦੇ ਨੇ। ਐਸਾ ਗਿਆਨ ਸੁਣੋ ਅਬ ਮੋਰੇ। ਇਹ ਮੇਰੇ ਮਨ, ਅਬ ਦੇ ਅਰਥ ਹੈ ਮਨ। ਐਸਾ ਗਿਆਨ, ਐਸੀ ਸੋਝੀ, ਐਸੇ ਉਪਦੇਸ਼, ਰੱਬੀ ਉਪਦੇਸ਼ ਸੁਣ ਤਾਂ ਕਿ ਤੈਨੂੰ ਸਮਝ ਲੱਗ ਜਾਵੇ। ਭਰਪੁਰ ਧਾਰ ਰਹਿਆ ਸਭ ਠੌਰੇ ਰਹਾਉ। ਉਹ ਵਾਹਿਗੁਰੂ ਜੀ ਤਾਂ ਹਰ ਥਾਂ 'ਤੇ, ਠੌਰ ਹੁੰਦਾ ਟਿਕਾਣਾ, ਥਾਂ, ਹਰ ਥਾਂ 'ਤੇ ਵਾਹਿਗੁਰੂ ਜੀ ਸਮਾਏ ਹੋਏ ਨੇ। ਸੱਚਾ ਗਿਆਨ ਬਣ ਕੇ, ਗੁਣ ਬਣ ਕੇ,
ਸ਼ਕਤੀਆਂ ਬਣ ਕੇ, ਨਿਯਮ ਬਣ ਕੇ ਸਮਾਏ ਹੋਏ ਨੇ। ਸੱਚ ਬ੍ਰਤ ਨੇਮ ਨਾ ਕਾਲ ਸੰਤਾਵੈ। ਉਹਨਾਂ ਦਾ ਸੱਚਾ ਵਰਤ ਕੀ ਹੈ? ਉਹ ਬ੍ਰਤ ਰੱਖਦੇ ਨੇ, ਅੱਜ ਕੁਝ ਖਾਣਾ ਪੀਣਾ ਨਹੀਂ। ਗੁਰਸਿੱਖਾਂ ਦਾ ਸੱਚਾ ਸੱਚ ਦਾ ਬ੍ਰਤ ਹੈ, ਉਹ ਬੁਰੇ ਵਿਚਾਰ ਨਾ ਕੰਨਾਂ ਰਾਹੀਂ ਖੁਰਾਕ ਬਣਾਉਣ, ਨਾ ਜ਼ੁਬਾਨ ਰਾਹੀਂ ਉਹ ਬੁਰੇ ਵਿਚਾਰਾਂ ਤੋਂ ਬਚ ਕੇ ਰਹਿੰਦੇ ਨੇ। ਤੇ ਉਹਨਾਂ ਦਾ ਨੇਮ ਕੀ ਹੈ? ਚੰਗੇ ਵਿਚਾਰ, ਗੁਰੂ ਕੀ ਬਾਣੀ, ਰੱਬ ਦੀ ਮਿੱਠੀ ਮਿੱਠੀ ਯਾਦ ਦਾ ਸਿਮਰਨ ਰਸ, ਇਹ ਹਰ ਵੇਲੇ ਉਹਨਾਂ ਦੇ ਅੰਦਰ ਨੇਮ ਬਣਿਆ ਰਹਿੰਦਾ ਹੈ। ਤੇ ਉਹਨਾਂ ਨੂੰ ਇਹ ਜੋ ਸਮੇਂ ਦਾ ਪ੍ਰਭਾਵ ਹੈ, ਕਾਲ ਜਿਹਦੇ ਨਾਲ ਗੁਣ ਮਰਦੇ ਨੇ, ਅੰਦਰ ਮੌਤ ਆਉਂਦੀ ਹੈ ਗੁਣਾਂ ਦੀ, ਇਹ ਸੰਤਾਉਂਦਾ ਨਹੀਂ। ਉਹਨਾਂ ਨੂੰ ਬੁਰੀਆਂ ਆਦਤਾਂ ਦੁਖੀ ਨਹੀਂ ਕਰਦੀਆਂ, ਉਹ ਬੁਰੀਆਂ ਆਦਤਾਂ ਤੋਂ ਪ੍ਰਭਾਵਿਤ ਨਹੀਂ ਹੁੰਦੇ, ਬੁਰੀਆਂ ਆਦਤਾਂ ਵਿੱਚ ਨਹੀਂ ਫਸਦੇ। ਸਤਿਗੁਰ ਸ਼ਬਦ ਕਰੋਧ ਜਲਾਵੈ। ਤੇ ਜੋ ਸੱਚਾ ਗਿਆਨ ਹੈ, ਉਸ ਸੱਚੇ ਗਿਆਨ ਵਿੱਚ ਸਾਡੀ ਜ਼ਿੰਦਗੀ ਦੇ ਹਰ ਪਹਿਲੂ ਦਾ ਗਿਆਨ ਸਿਖਾਇਆ ਗਿਆ, ਸੋਝੀ ਦਿੱਤੀ ਗਈ ਹੈ। ਉਸ ਨੂੰ ਗੁਰੂ ਕੇ ਗੁਰਸਿੱਖ ਗੁਰਬਾਣੀ ਵਿੱਚੋਂ, ਗੁਰਬਾਣੀ ਦੇ ਰਚਨਹਾਰਿਆਂ ਦੀਆਂ ਦਿੱਤੀਆਂ ਹੋਈਆਂ ਰੱਬੀ ਸਿੱਖਿਆਵਾਂ ਨੂੰ ਸਮਝਦੇ ਨੇ, ਆਪਣੇ ਸੋਚ ਸੁਭਾਅ ਨੂੰ ਪੜਚੋਲਦੇ ਨੇ, ਤੇ ਆਪਣੇ ਸੋਚ ਸੁਭਾਅ ਨੂੰ ਪੜਚੋਲ ਕੇ ਆਪਣੇ ਜੀਵਨ ਵਿੱਚ ਪ੍ਰੈਕਟੀਕਲ ਜਿਉਂਦੇ ਨੇ, ਤੇ ਆਪਣੇ ਅੰਦਰੋਂ ਕ੍ਰੋਧ ਦੀ ਅੱਗ ਨੂੰ ਮੇਟ ਲੈਂਦੇ ਨੇ। ਉਹ ਕ੍ਰੋਧ ਵਿੱਚ ਭਟਕਦੇ ਨਹੀਂ, ਚੁੱਪ ਕਰ ਜਾਂਦੇ ਨੇ। ਉਹ ਕ੍ਰੋਧ ਵਿੱਚ ਬਦਲਾ ਲਊ ਭਾਵਨਾ ਨਹੀਂ ਰੱਖਦੇ, ਪਿੱਛੇ ਹਟ ਜਾਂਦੇ ਨੇ। ਗਗਨ ਨਿਵਾਸ ਸਮਾਧ ਲਗਾਵੈ। ਇੱਥੇ ਗਗਨ ਨਿਵਾਸ ਹੈ, ਉੱਚੀ ਸੋਚ, ਇਹੋ ਹੀ ਉਹਨਾਂ ਦੀ ਸਮਾਧੀ ਹੈ। ਉਹਨਾਂ ਦੇ ਅੰਦਰ ਉੱਚੇ ਵਿਚਾਰ ਨੇ, ਉੱਚੀ ਸੋਚ ਹੈ, ਉੱਚੇ ਨਿਸ਼ਾਨੇ ਨੇ। ਪਾਰਸ ਪਰਸ ਪਰਮ ਪਦ ਪਾਵੈ। ਉਹ ਗੁਰਬਾਣੀ ਦੇ ਰੱਬੀ ਉਪਦੇਸ਼ ਦੇ ਗਿਆਨ ਰੂਪੀ ਪਾਰਸ ਦੇ ਨਾਲ ਸਪਰਸ਼ ਕਰਕੇ ਉਹਨਾਂ ਦਾ ਸੁਭਾਅ ਉੱਚਾ, ਉਹਨਾਂ ਦੀ ਸੋਚ ਉੱਚੀ, ਉਹਨਾਂ ਦੀਆਂ ਭਾਵਨਾਵਾਂ, ਉਹਨਾਂ ਦੇ ਜਜ਼ਬੇ ਉੱਚੇ, ਉਹਨਾਂ ਦੇ ਨਿਸ਼ਾਨੇ ਉੱਚੇ, ਉਹਨਾਂ ਦੇ ਪਰਉਪਕਾਰ ਦੇ ਕਰਮ ਉੱਚੇ, ਉਹਨਾਂ ਦੇ ਪਲਾਨ ਉੱਚੇ। ਉਹ ਪਰਮ ਪਦ ਹੈ। ਉਹ ਆਪਣੇ ਗੁਰੂ ਪਿਤਾ ਨੂੰ, ਵਾਹਿਗੁਰੂ ਜੀ ਨੂੰ ਆਪਾ ਵਾਰਦੇ ਨੇ। ਸੱਚ ਮਨ ਕਾਰਨ ਤਤ ਬਲੋਵੈ। ਉਹ ਸੱਚ ਦੇ ਰਸ ਨੂੰ ਪਾਉਣ ਵਾਸਤੇ ਮਨ ਦੇ ਅੰਦਰ ਮਧਾਣੀ ਵਾਂਗੂ ਰਿੜਕਦੇ ਨੇ। ਇਸ ਨੂੰ ਜਦੋਂ ਵੀ ਮਨ ਦੇ ਅੰਦਰ ਕੋਈ ਬੁਰਾ ਵਿਚਾਰ ਆਉਂਦਾ ਹੈ, ਇਹ ਮਨ ਨੂੰ ਦੂਸਰੇ ਪਾਸੇ ਲਾਉਂਦੇ ਨੇ। ਜਦੋਂ ਵੀ ਮਨ ਉੱਧਰ ਨੂੰ ਜਾਂਦਾ ਹੈ, ਫਿਰ ਦੂਸਰੇ ਪਾਸੇ ਲਾ ਲੈਂਦੇ ਨੇ। ਗੁਰੂ ਦੇ ਉਪਦੇਸ਼ ਇੱਕ ਨੇਤਰਾ ਹੈ, ਜਿਹਦੇ ਨਾਲ ਮਧਾਣੀ ਖਿੱਚੀ ਜਾਂਦੀ ਹੈ। ਇਹ ਗੁਰੂ ਦੇ ਉਪਦੇਸ਼ ਨੇ ਮਨ ਨੂੰ ਖਿੱਚ ਕੇ ਰੱਖਣਾ ਹੈ, ਤੇ ਆਪਣੇ ਅੰਦਰ ਇਹ ਐਸਾ ਸੱਚ ਦਾ ਰਸ ਰਿੜਕਦੇ ਨੇ। ਹਰ ਕਾ ਬਿਲੋਬਨਾ ਬਿਲੋਬੋ ਮੇਰੇ ਭਾਈ, ਸਹਿਜ ਬਿਲੋਬੋ ਜੈਸੇ ਤਤ ਨਾ ਜਾਈ। ਬਿਲੋਬੋ ਹੁੰਦਾ ਰਿੜਕਣਾ, ਹਰ ਕਾ ਬਿਲੋਬਨਾ। ਉਹ ਹਰੀ ਦਾ ਰਿੜਕਣਾ ਕੀ ਹੈ? ਹਰੀ ਦੇ ਨਾਮ ਦਾ ਰਿੜਕਣਾ ਕੀ ਹੈ? ਰੱਬੀ ਉਪਦੇਸ਼ ਦਾ, ਗੁਰੂ ਦੇ ਗਿਆਨ ਨੇ ਰਿੜਕਣਾ ਕਿਵੇਂ ਹੈ? ਹਰ ਕਾ ਬਿਲੋਬਨਾ ਬਿਲੋਬੋ ਮੇਰੇ ਭਾਈ, ਸਹਿਜ ਬਿਲੋਬੋ। ਸਹਿਜ ਆਏਗਾ, ਸਹਿਜ ਵਿੱਚ ਜਿਉਣਾ, ਸਹਿਜ ਵਿੱਚ ਸੋਚਣਾ, ਸਹਿਜ ਵਿੱਚ ਬੋਲਣਾ, ਸਹਿਜ ਵਿੱਚ ਵਿਚਾਰਨਾ। ਹਰ ਕਾ ਬਿਲੋਬਨਾ ਮਨ ਕਾ ਵਿਚਾਰਾ, ਮਨ ਨੂੰ ਵਿਚਾਰਨਾ। ਫਿਰ ਜਿਹੜੇ ਇਸ ਨੂੰ ਰਿੜਕਦੇ ਨੇ, ਅੰਦਰ ਇੱਕ ਤੱਤ ਸਾਰ ਨਿਕਲ ਆਉਂਦਾ। ਉਹ ਕੀ? ਸੋ ਭਾਰ ਸਰਵਰ ਮੈਲ ਨਾ ਧੋਵੈ। ਉਹ ਆਪਣੇ ਅੰਦਰੋਂ ਮੈਲ ਧੋ ਲੈਂਦੇ ਨੇ। ਪਰ ਜਿਹੜਾ ਮਨੁੱਖ ਇਸ ਸਰੋਵਰ ਦੇ ਵਿੱਚ, ਜਿਹੜਾ ਭਰਿਆ ਪਿਆ ਸੱਚ ਦਾ ਗਿਆਨ ਹਰ ਥਾਂ ਤੇ, ਇਹਦੇ ਵਿੱਚ ਆਪਣੀ ਮੈਲ ਨਹੀਂ ਧੋਂਦੇ, ਉਹ ਦੂਜੇ ਪਾਸੇ ਲੱਗ ਜਾਂਦੇ ਨੇ। ਜਿਨ੍ਹਾਂ ਨੂੰ ਮਨ ਦੇ ਵਿਚਾਰਾਂ ਨੂੰ ਰਿੜਕਣਾ ਆ ਗਿਆ, ਸੱਚ ਦੇ ਰਸ ਵਿੱਚ ਪੈਂਦੇ ਨੇ। ਇੱਕ ਸੱਚ ਦੇ ਰਸ ਵਿੱਚ ਮਨ ਦੇ ਵਿਚਾਰਾਂ ਨੂੰ ਹਰ ਕਾ ਬਿਲੋਬਨਾ ਬਿਲੋਬਨ ਵਾਲੇ, ਦੂਸਰੇ ਇਸ ਭਰੇ ਹੋਏ ਸਰੋਵਰ ਵਿੱਚੋਂ ਆਪਣੇ ਅੰਦਰਲੀ ਮੈਲ ਨਾ ਧੋਵਣ ਵਾਲੇ। ਇਹ ਦੋ ਤਰ੍ਹਾਂ ਦੀ ਦੁਨੀਆ ਹੈ, ਦੋ ਤਰ੍ਹਾਂ ਦੇ ਲੋਕ ਨੇ, ਦੋ ਨੀਹਾਂ। ਜੈਸਿਓ ਰਾਤਾ ਤੈਸੋ ਹੋਵੈ। ਜਿੱਧਰ ਉਹ ਲੱਗਿਆ ਹੋਇਆ ਉਸ ਤਰ੍ਹਾਂ ਦਾ ਹੋ ਜਾਂਦਾ। ਇਹ ਜੋਗੀ, ਤੁਸੀਂ ਧਰਮ ਦੇ ਕਰਮ ਕਰਦੇ ਹੋ, ਲੋਕਾਂ ਨੂੰ ਧਰਮ ਦੇ ਕਰਮ ਸਿਖਾਉਂਦੇ ਹੋ, ਪਰ ਸੁਭਾਅ ਨੂੰ ਰਿੜਕਣਾ, ਵਿਚਾਰਨਾ ਤਾਂ ਸਿਖਾਇਆ ਹੀ ਨਹੀਂ। ਸੋਚ ਨੂੰ ਵਿਚਾਰਨਾ ਸਿਖਾਇਆ ਹੀ ਨਹੀਂ। ਨਾ ਤੁਸੀਂ ਆਪ ਸਿੱਖਿਆ, ਨਾ ਦੂਜਿਆਂ ਨੂੰ ਸਿਖਾਇਆ। ਧਰਮ ਦੇ ਕਰਮਾਂ ਬਾਰੇ ਕਹੀ ਗਏ, ਸਾਰੀ ਬਾਤ ਤੇ ਸੋਚ ਸੁਭਾਅ 'ਤੇ ਖੜੀ ਹੈ। ਘਰਾਂ ਵਿੱਚ ਕਲੇਸ਼ ਹੈ, ਸੁਭਾਅ ਕਰਕੇ। ਏਕਤਾ ਬਣੇਗੀ ਸੁਭਾਅ ਕਰਕੇ। ਬੱਚੇ ਆਗਿਆਕਾਰੀ ਨੇ, ਸੁਭਾਅ ਵਿੱਚੋਂ ਨਿਕਲੇਗਾ। ਅਗਰ ਉਹ ਮਾਪਿਆਂ ਦੇ ਡਿਸਓਬੀਡੀਐਂਟ ਨੇ, ਉਹਨਾਂ ਦੀ ਕਦਰ ਨਹੀਂ ਕਰ ਰਹੇ, ਗੱਲ ਨਹੀਂ ਮੰਨਦੇ, ਚਿੜ ਰਹੇ ਨੇ, ਖਿਝ ਰਹੇ ਨੇ, ਸੁਭਾਅ ਵਿੱਚੋਂ
ਜਿਹੜਾ ਸੁਭਾਅ ਨੂੰ ਵਿਚਾਰਨ ਤੁਰ ਪਿਆ ਉਹ ਸ਼ਿੰਗਾਰ ਲਵੇਗਾ, ਜਿਹੜਾ ਸੁਭਾਅ ਨੂੰ ਖੁਰਾਕ ਦੇਣ ਲੱਗ ਪਿਆ ਤਾਂ ਪਕਾ ਲਏਗਾ। ਜੈਸੋ ਰਾਤਾ ਤੈਸੋ ਹੋਵੈ, ਆਪੇ ਕਰਤਾ ਕਰੇ ਸੋ ਹੋਵੈ। ਇਹ ਰੱਬ ਦਾ ਨਿਜ਼ਮ ਹੈ, ਉਸ ਕਰਤਾ ਪੁਰਖ ਦੇ ਨਿਜ਼ਮ ਵਿੱਚ ਸਭ ਕੁਝ ਹੋ ਰਿਹਾ ਹੈ। ਗੁਰ ਹਿਵ ਸ਼ੀਤਲ ਅਗਨ ਬੁਝਾਵੈ। ਜੋ ਗੁਰਬਾਣੀ ਅੰਦਰ ਜ਼ਿੰਦਗੀ ਜਿਉਣ ਦਾ ਗੁਰ ਦਿੱਤਾ ਗਿਆ ਹੈ, ਉਹ ਗੁਰੂ ਪਾਤਸ਼ਾਹ ਦਾ ਗੁਰ ਸਰੂਪ ਹੈ। ਹਿਵ ਹੁੰਦਾ ਬਰਫ, ਉਹ ਜੋ ਗੁਰ ਸਰੂਪ ਹੈ ਉਹਨੇ ਮਨ ਨੂੰ ਸ਼ੀਤਲ ਠੰਡਾ ਠਾਰ ਕਰਨਾ ਹੈ। ਉਹਨੇ ਲੋਭ ਦੀ ਤ੍ਰਿਸ਼ਨਾ ਦੀ ਅੱਗ ਬੁਝਾ ਦੇਣੀ ਹੈ, ਕ੍ਰੋਧ ਦੀ ਅੱਗ ਬੁਝਾ ਦੇਣੀ ਹੈ, ਨਫ਼ਰਤ ਦੀ ਅੱਗ ਬੁਝਾ ਦੇਣੀ ਹੈ। ਸੇਵਾ ਸੁਰਤ ਵਿਭੂਤ ਚੜਾਵੈ। ਇਹ ਜੋਗੀ ਤੁਸੀਂ ਸਵਾਹ ਮਲਦੇ ਹੋ ਨਾ, ਗੁਰੂ ਕੇ ਗੁਰਸਿੱਖ ਗੁਰ ਸਰੂਪ ਦੀ ਸੇਵਾ ਕਰਦੇ ਨੇ। ਗੁਰ ਕੀ ਸੇਵਾ ਸ਼ਬਦ ਵਿਚਾਰ। ਗੁਰ ਸਰੂਪ ਦੀ ਸੇਵਾ ਕੀ ਹੈ? ਉਪਦੇਸ਼ ਨੂੰ ਵਿਚਾਰਨਾ ਤੇ ਮੰਨਣਾ। ਦਰਸ਼ਨ ਆਪ ਸਹਿਜ ਕਰ ਆਵੈ, ਤੇ ਉਹ ਸਹਿਜ ਵਿੱਚ ਜਿਉਂਦੇ ਨੇ। ਇਹੋ ਹੀ ਉਹਨਾਂ ਦਾ ਇੱਥੇ ਦਰਸ਼ਨ ਦੇ ਅਰਥ ਜੀ ਭੇਖ ਹੈ, ਕਿਉਂਕਿ ਜੋਗੀਆਂ ਦੇ ਵੱਖ-ਵੱਖ ਭੇਖ ਨੇ, ਉਹਨੂੰ ਦਰਸ਼ਨ ਕਹਿੰਦੇ ਸੀ। ਇੱਥੇ ਦਰਸ਼ਨ ਭੇਖ ਹੈ। ਗੁਰਸਿੱਖ ਦਾ ਅਸਲੀ ਪਹਿਰਾਵਾ ਕੀ ਹੈ? ਉਹ ਸਹਿਜ ਵਿੱਚ ਜਿਉਂਦਾ ਹੈ, ਸਹਿਜ ਵਿੱਚ ਫੈਸਲੇ ਲੈਂਦਾ, ਸਹਿਜ ਵਿੱਚ ਵਿਚਾਰਦਾ, ਸਹਿਜ ਵਿੱਚ ਸੋਚਦਾ। ਨਿਰਮਲ ਬਾਣੀ ਨਾਦ ਵਜਾਵੈ। ਕਿਵੇਂ? ਉਹਦੇ ਅੰਦਰ ਨਿਰਮਲ ਬਾਣੀ, ਨਿਰਮਲ ਆਵਾਜ਼, ਰੱਬ ਦੀ ਆਵਾਜ਼, ਗੁਰੂ ਕੀ ਆਵਾਜ਼, ਰੱਬੀ ਉਪਦੇਸ਼, ਗੁਰਬਾਣੀ, ਇਹ ਉਸ ਨੂੰ ਅੰਦਰੋਂ ਗੂੰਜਦੀ ਹੈ, ਰਹਿਨਮਾਈ ਕਰਦੀ ਹੈ। ਇਹੋ ਹੀ ਸਭ ਤੋਂ ਵੱਡਾ ਅਨਹਦ ਨਾਦ ਹੈ। ਜਪਜੀ ਸਾਹਿਬ ਵਿੱਚ ਵੀ ਸਿਖਾਇਆ, ਗੁਰਮੁਖ ਨਾਦੰ ਗੁਰਮੁਖ ਵੇਦੰ ਗੁਰਮੁਖ ਰਹਿਆ ਸਮਾਈ। ਗੁਰੂ ਪਾਤਸ਼ਾਹ ਦੇ ਮੁਖ ਵਿੱਚੋਂ ਨਿਕਲੀ ਹੋਈ ਉਹ ਉਪਦੇਸ਼, ਆਵਾਜ਼, ਬਾਣੀ, ਇਹੋ ਹੀ ਨਾਦ ਹੈ, ਇਹੋ ਹੀ ਅਨਹਦ ਨਾਦ ਹੈ। ਗੁਰਸਿੱਖਾਂ ਅੰਦਰ ਇਹ ਵੱਜਦੀ ਹੈ। ਉਹ ਤਾਂ ਜਦੋਂ ਸਮਾਧੀ ਲਾਉਂਦੇ ਉਦੋਂ ਨਾਦ ਵੱਜਦਾ ਹੈ। ਗੁਰਸਿੱਖ ਜਦੋਂ ਵੀ ਕੋਈ ਕਰਮ ਕਰਦੇ ਨੇ, ਜੋ ਵੀ ਜ਼ਿੰਦਗੀ ਜਿਉਂਦੇ ਨੇ, ਅੰਦਰੋਂ ਉਹਨਾਂ ਨੂੰ ਗੁਰੂ ਦੇ ਉਪਦੇਸ਼ ਇੱਕ ਨਾਦ ਬਣ ਕੇ, ਅਨਹਦ ਨਾਦ ਬਣ ਕੇ, ਬਾਣੀ ਬਣ ਕੇ ਉਹਨਾਂ ਨੂੰ ਰਹਿਨਮਾਈ ਕਰਦੇ ਨੇ। ਕਿੱਥੇ ਚੁੱਪ ਹੋਣਾ, ਕਿੱਥੇ ਬੋਲਣਾ, ਕਿੱਥੇ ਅੱਗੇ ਵਧਣਾ, ਕਿੱਥੇ ਪਿੱਛੇ ਹਟਣਾ, ਕਿੱਥੇ ਝੁਕਣਾ, ਕਿੱਥੇ ਅੜਨਾ ਹੈ। ਹਰ ਫੈਸਲਾ ਗੁਰਬਾਣੀ ਦੀ ਸਿੱਖਿਆ ਨੇ ਦੇਣਾ ਹੈ। ਇਹਦੇ ਵਿੱਚ ਜਿਹੜਾ ਰਸ ਹੈ, ਅੰਤਰ ਗਿਆਨ ਮਹਾਰਸ ਸਾਰਾ, ਉਹ ਅੰਦਰ ਹੈ, ਉਹ ਗਿਆਨ ਦਾ ਰਸ ਹੈ, ਮਹਾਰਸ ਹੈ। ਉਹ ਗੁਰਸਿੱਖਾਂ ਨੇ ਆਪਣੇ ਅੰਦਰ ਸੰਭਾਲਿਆ, ਸਾਰਾ ਦੇ ਅਰਥ ਸੰਭਾਲਿਆ। ਤੀਰਥ ਮੱਜਨ ਗੁਰ ਵਿਚਾਰਾ। ਕਿਵੇਂ? ਇਹ ਗੁਰੂ ਦੇ ਗਿਆਨ ਨੂੰ ਤੀਰਥ ਸਮਝਿਆ, ਇਹਦੇ ਵਿੱਚ ਇਸ਼ਨਾਨ ਕੀਤਾ, ਸੁਣਿਆ, ਮੰਨਿਆ, ਮਨ ਕੀਤਾ ਭਾਉ, ਅੰਤਰਗਤ ਤੀਰਥ ਮਲ ਨਾਓ। ਜਦੋਂ ਇਸ ਨੂੰ ਮੰਨਿਆ ਤੇ ਆਦਤਾਂ ਦੀ ਮੈਲ ਉਤਰ ਗਈ। ਇਹ ਗਿਆਨ ਦਾ ਤੀਰਥ ਹੈ। ਸਤਿਗੁਰੂ ਜੀ ਦੇ ਇੱਕ ਹੋਰ ਬਚਨ ਨੇ, ਤੀਰਥ ਨਹਾਵਣ ਜਾਉ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ ਅੰਤਰ ਗਿਆਨ ਹੈ। ਸਤਿਗੁਰੂ ਕਹਿੰਦੇ ਮੈਂ ਤੀਰਥ ਤੇ ਇਸ਼ਨਾਨ ਕਰਨ ਜਾਣਾ, ਪਰ ਮੇਰਾ ਤੀਰਥ ਨਾਮ ਹੈ। ਕਿਹੜਾ ਨਾਮ? ਤੀਰਥ ਨਹਾਵਣ ਜਾਉ ਤੀਰਥ ਨਾਮ ਹੈ, ਤੀਰਥ ਸ਼ਬਦ ਵਿਚਾਰ। ਉਹ ਗੁਰੂ ਦੇ ਉਪਦੇਸ਼ਾਂ ਦੀ ਵਿਚਾਰ ਕਰਨੀ ਗਿਆਨ ਰੂਪੀ ਨਾਮ ਹੈ। ਜਿਨ੍ਹਾਂ ਨੂੰ ਇਹ ਇਸ਼ਨਾਨ ਕਰਨਾ ਆ ਗਿਆ, ਅੰਤਰ ਪੂਜਾ ਥਾਨ ਮੁਰਾਰਾ, ਫਿਰ ਵਾਹਿਗੁਰੂ ਜੀ ਅੰਦਰ ਬੈਠੇ ਨੇ, ਉਹਦੀ ਪੂਜਾ ਸਮਝ ਆ ਗਈ, ਉਹਦੀ ਪੂਜਾ ਕਰਨੀ ਹੈ। ਰੱਬ ਨੂੰ ਖੁਸ਼ ਕਿਵੇਂ ਕਰਨਾ ਹੈ, ਉਹ ਸੁਭਾਅ ਕਿਹੋ ਜਿਹਾ ਹੋਵੇ, ਸੋਚ ਕਿਹੋ ਜਿਹੀ ਹੋਵੇ, ਅੰਦਰ ਵਿਚਾਰ ਕਿਹੋ ਜਿਹੇ ਹੋਣ, ਜ਼ਿੰਦਗੀ ਦੇ ਕਰਮ ਕਿਹੋ ਜਿਹੇ ਹੋਣ, ਜ਼ਿੰਦਗੀ ਦਾ ਮਿਸ਼ਨ ਕਿਹੋ ਜਿਹਾ ਹੋਵੇ, ਜ਼ਿੰਦਗੀ ਦੇ ਵਿੱਚ ਕਿਸ ਤਰ੍ਹਾਂ ਦੇ ਫੈਸਲੇ ਲਏ ਜਾਣ ਤਾਂ ਕਿ ਵਾਹਿਗੁਰੂ ਜੀ ਖੁਸ਼ ਹੋਣ। ਉਹ ਮੇਰੇ ਅੰਦਰ ਬੈਠੇ ਨੇ, ਇਹ ਉਹਨਾਂ ਨੂੰ ਪੂਜਾ ਦਾ ਥਾਨ ਲੱਭ ਗਿਆ। ਫਿਰ ਐਸੇ ਗੁਰਸਿੱਖ ਜੋਤੀ ਜੋਤ ਮਿਲਾਵਣ ਹਾਰਾ, ਉਹ ਆਪਣੀ ਸੋਝੀ ਰੂਪੀ ਜੋਤ ਨੂੰ ਗਿਆਨ ਰੂਪੀ ਜੋਤ ਵਿੱਚ ਮਿਲਾ ਕੇ ਰੱਖਦੇ ਨੇ। ਉਹ ਆਪਣੇ ਸੁਰਤ ਧਿਆਨ ਰੂਪੀ ਜੋਤ ਨੂੰ ਗੁਰੂ ਦੇ ਉਪਦੇਸ਼ ਵਿੱਚ ਇੱਕ ਮਿਕ ਕਰਕੇ ਰੱਖਦੇ ਨੇ। ਰਸ ਰਸਿਆ ਮਤ ਇੱਕ ਹੈ ਭਾਏ। ਫਿਰ ਉਹ ਇਸ ਪ੍ਰੇਮ ਦੇ ਵਿੱਚੋਂ, ਭਾਏ ਹੁੰਦਾ ਪ੍ਰੇਮ, ਇਸ ਪ੍ਰੇਮ ਦੇ ਵਿੱਚੋਂ ਜਿਹੜੀ ਮਤ ਹੈ ਉਹ ਉਸ ਵਿੱਚ ਭਿੱਜੀ ਰਹਿੰਦੀ ਹੈ ਅਤੇ ਸੋਚ ਸਮਝ ਕੇ ਭੈ ਭਾਵਨੀ ਵਿੱਚ ਫੈਸਲੇ ਲੈਂਦੀ ਹੈ। ਅਤੇ ਮਨ ਰਸ ਰਸਿਆ, ਇਹ ਮਨ ਭਿੱਜਿਆ ਰਹਿੰਦਾ ਇਸ ਪਿਆਰ ਵਿੱਚ। ਤਖਤ ਨਿਵਾਸੀ ਪੰਚ ਸਮਾਏ, ਉਹ ਪੰਜ ਗਿਆਨ ਇੰਦਰੇ, ਪੰਜ ਵਿਕਾਰ, ਇਹਨਾਂ ਨੂੰ ਮੈਨੇਜ ਕਰਕੇ ਰੱਖਦੇ ਨੇ। ਇਹ ਤਖਤ ਹੈ, ਇਹ ਸੁਰਤ ਖੁਦ ਰੱਬ ਦੇ ਤਖਤ 'ਤੇ ਆਨੰਦ ਮਾਣਦੀ ਹੈ। ਉਹਦੇ ਸੇਜ, ਇਹ ਹਿਰਦਾ ਸੇਜ ਹੈ ਅਤੇ ਵਾਹਿਗੁਰੂ ਜੀ ਦੀ ਗਲਵੱਕੜੀ, ਉਸ ਪਿਆਰੇ ਦੇ ਦੀਦਾਰਾਂ ਦੀ ਝਲਕ ਪ੍ਰਾਪਤ ਕਰਦੀ ਹੈ ਇਹ ਸੁਰਤ।
ਕਾਰ ਕਮਾਈ ਖਸਮ ਰਜ਼ਾਏ। ਉਹਨਾਂ ਦੀ ਜ਼ਿੰਦਗੀ ਦੀ ਕਾਰ, ਜ਼ਿੰਦਗੀ ਦੇ ਜਿਉਣ ਦਾ ਤਰੀਕਾ, ਲਾਈਫ ਸਟਾਈਲ ਪਤਾ ਕੀ ਹੈ? ਜੋ ਵੀ ਹਾਲਾਤ ਬਣਦੇ ਨੇ ਉਹ ਰੱਬ ਦੀ ਰਜ਼ਾ ਸਮਝਦੇ ਨੇ। ਇਹ ਮੇਰੇ ਮਾਲਕ ਖਸਮ ਦਾ ਖੇਲ ਹੈ। ਅਵਗਤ ਨਾਥ ਨ ਲਖਿਆ ਜਾਈ। ਐ ਜੋਗੀ ਇੱਕ ਇੱਕ ਗੁਰਸਿੱਖ, ਇੱਕ ਇੱਕ ਗੁਰਮੁਖ ਖੁਦ ਨਾਥ ਹੈ। ਉਹ ਆਪਣੇ ਮਨ ਦਾ ਮਾਲਕ ਹੈ। ਪਤਾ ਕਿਉਂ? ਕਿਉਂਕਿ ਉਹ ਉਸ ਨਾਥ ਦੇ ਨਾਲ ਜੁੜੇ ਨੇ ਜਿਹੜਾ ਕਦੀ ਜਾਣੇ ਹੀ ਨਹੀਂ ਜਾ ਸਕਦਾ। ਉਹ ਰੱਬ ਨੂੰ ਸਮਰਪਿਤ ਹੋ ਕੇ ਜਿਉਂਦੇ ਨੇ, ਉਹਦੇ ਵਿੱਚ, ਉਹਦੇ ਪਿਆਰ ਵਿੱਚ ਇਕਮਿਕ ਹੋ ਕੇ ਭਿੱਜੇ ਰਹਿੰਦੇ ਨੇ। ਜਲ ਮਹਿ ਉਪਜੈ ਜਲ ਤੇ ਦੂਰ। ਹੁਣ ਉਦਾਹਰਨ ਦਿੰਦੇ ਨੇ ਕਿ ਜਿਵੇਂ ਇੱਕ ਪਾਣੀ ਦੇ ਵਿੱਚ ਚੰਦਰਮਾ ਜਾਂ ਸੂਰਜ ਉਹਦੇ ਵਿੱਚ ਦਿਸਦਾ ਹੈ, ਉਹਦੇ ਵਿੱਚੋਂ ਕਿਰਨਾਂ ਦਿਸਦੀਆਂ ਨੇ, ਉਹ ਹੈ ਤੇ ਦੂਰ ਪਰ ਪਾਣੀ ਵਿੱਚ ਸਮਾਇਆ ਹੋਇਆ ਹੈ। ਜਲ ਮਹਿ ਜੋਤ ਰਹਿਆ ਭਰਪੂਰ। ਜਿਵੇਂ ਪਾਣੀ ਦੇ ਵਿੱਚ ਉਹ ਚੰਦਰਮਾ ਤੇ ਸੂਰਜ ਦੀ ਜਿਹੜੀ ਰੋਸ਼ਨੀ ਹੈ ਉਹਦੇ ਵਿੱਚ ਸਮਾਈ ਹੋਈ ਹੈ ਪਾਣੀ ਵਿੱਚ, ਇਸੇ ਤਰ੍ਹਾਂ ਗੁਰਸਿੱਖ ਦੀ ਸੁਰਤ ਆਪਣੇ ਗੁਰੂ ਦੇ ਉਪਦੇਸ਼ਾਂ ਵਿੱਚ ਸਮਾਈ ਰਹਿੰਦੀ ਹੈ, ਰਹਿਨੁਮਾਈ ਲੈਂਦੀ ਹੈ ਉਪਦੇਸ਼ ਤੋਂ। ਇਸੇ ਤਰ੍ਹਾਂ ਗੁਰਸਿੱਖ ਦਾ ਧਿਆਨ ਰੱਬ ਦੀ ਮਿੱਠੀ ਮਿੱਠੀ ਯਾਦ ਦੇ ਸਿਮਰਨ ਰਸ ਵਿੱਚ ਸਮਾਇਆ ਰਹਿੰਦਾ ਹੈ। ਕਿਸ ਨੇੜੇ ਕਿਸ ਆਖਾਂ ਦੂਰ, ਕੀ ਦੱਸਾਂ ਕਿਹਦੇ ਰੱਬ ਨੇੜੇ ਹੈ ਕਿਹਦੇ ਦੂਰ ਹੈ। ਉਹ ਹਰ ਇੱਕ ਅੰਦਰ ਹੈ, ਪਰ ਆਪਣੇ ਮਨ ਦੇ ਤੇ ਮੱਤ ਦੇ ਕਰਮਾਂ ਕਰਕੇ ਦੂਰੀ ਪਾਈ ਬੈਠਾ ਮਨੁੱਖ। ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ। ਇਹ ਕਰਮ ਸਰੀਰ ਦੇ ਨਹੀਂ, ਮਨ ਦੇ ਕਰਮ ਹੈ। ਸਰੀਰ ਦੇ ਕਰਮ ਤੇ ਕਈ ਵਾਰੀ ਮਨੁੱਖ ਮਿੱਠਾ ਬੋਲਦਾ ਹੈ, ਪਰ ਮਨ ਦਾ ਕਰਮ ਜਿਹੜਾ ਗਲਤ ਹੈ, ਕਿਉਂਕਿ ਚਾਪਲੂਸੀ ਕਰ ਰਿਹਾ ਹੈ, ਉਹ ਮਿੱਠਾ ਬੋਲ ਰਿਹਾ ਆਪਣੇ ਮਕਸਦ ਵਾਸਤੇ, ਆਪਣੇ ਸਵਾਰਥ ਵਾਸਤੇ। ਦੂਸਰੇ ਪਾਸੇ ਜਿਹੜਾ ਗੁਰਸਿੱਖ ਸੱਚ ਦੇ ਰਸਤੇ ਤੁਰ ਪਿਆ, ਉਹ ਮੁਥਾਜੀ ਨਹੀਂ ਕਰਦਾ ਕਿਸੇ ਦੀ, ਉਹ ਗੁਲਾਮੀ ਨਹੀਂ ਕਰਦਾ, ਕਿਸੇ ਦੀ ਆਕੜ ਨਹੀਂ ਚੱਲਦਾ। ਕੋਈ ਚੁਸਤ ਚਲਾਕੀਆਂ ਕਰਦਾ ਉਹਦੇ ਤੋਂ ਪਿੱਛੇ ਹਟ ਜਾਂਦਾ ਹੈ। ਹੁਣ ਉਹ ਆਪਣੇ ਰੱਬ ਦੇ ਦੇਖਣ ਨੂੰ ਤੇ ਲੱਗਦਾ ਕੌੜਾ ਹੈ, ਦੇਖਣ ਨੂੰ ਲੱਗਦਾ ਰੁੱਖਾ ਹੈ, ਨਹੀਂ, ਉਹਦੇ ਮਨ ਵਿੱਚ ਮਿਠਾਸ ਹੈ। ਇਸ ਲਈ ਕਿਹਦੇ ਨੇੜੇ ਕਿਹਦੇ ਦੂਰ, ਨਿਧ ਗੁਣ ਗਾਵਾਂ ਦੇਖ ਹਦੂਰ। ਕਿਉਂ ਪਰਖਾਂ ਕਿਹਦੇ ਨੇੜੇ ਹੈ ਕਿਹਦੇ ਦੂਰ ਹੈ? ਉਹ ਰੱਬ ਗੁਣਾਂ ਦਾ ਖਜ਼ਾਨਾ ਹੈ। ਹਰ ਇੱਕ ਵਿੱਚ ਉਹਦੇ ਗੁਣਾਂ ਨੂੰ ਦੇਖਾਂ, ਉਹਦੇ ਗੁਣਾਂ ਨੂੰ ਆਪਣੀ ਜ਼ਿੰਦਗੀ ਵਿੱਚ ਲਿਆਵਾਂ, ਜ਼ਿੰਦਗੀ ਵਿੱਚ ਜਿਉਵਾਂ। ਜਦੋਂ ਗੁਣ ਦੇਖਾਂ, ਇੱਦਾਂ ਲੱਗੇ ਕਿ ਰੱਬ ਗੁਣੀ ਨਿਧਾਨ ਬਣ ਕੇ ਮੈਨੂੰ ਦੀਦਾਰ ਦੇ ਰਿਹਾ ਹੈ। ਉਸ ਨੂੰ ਹਾਜ਼ਰ ਨਾਜ਼ਰ ਸਮਝਾਂ। ਗੁਣਾਂ ਦਾ ਸ਼ੁਕਰਾਨੇ ਵਜੋਂ ਪਰਉਪਕਾਰ ਕਰਦੇ ਹਾਂ, ਮਹਿਸੂਸ ਹੋਵੇ ਮੈਂ ਤੇ ਰੱਬ ਦੀ ਸੇਵਾ ਕਰ ਰਿਹਾ। ਕੌਮ ਦੀ ਚੜ੍ਹਦੀ ਕਲਾ ਲਈ ਆਪਾਂ ਵਾਰਦੇ ਹਾਂ, ਇੱਦਾਂ ਹੋਵੇ ਮੈਂ ਤੇ ਗੁਰੂ ਕਲਗੀਧਰ ਪਾਤਸ਼ਾਹ ਦੀਆਂ ਖੁਸ਼ੀਆਂ ਵਾਸਤੇ ਕਰ ਰਿਹਾ। ਅੰਤਰ ਬਾਹਰ ਅਵਰ ਨਾ ਕੋਏ। ਫਿਰ ਅੰਦਰ ਤੇ ਬਾਹਰ ਰੱਬ ਤੋਂ ਬਿਨਾਂ, ਉਹਦੀਆਂ ਬਖਸ਼ਿਸ਼ਾਂ ਤੋਂ ਬਿਨਾਂ, ਉਹਦੀਆਂ ਰਹਿਮਤਾਂ ਖੁਸ਼ੀਆਂ ਤੋਂ ਬਿਨਾਂ ਹੋਰ ਕੁਛ ਨਹੀਂ ਦਿਸਦਾ। ਜੋ ਤਿਸ ਭਾਵੈ ਸੋ ਫੁਨ ਹੋਏ। ਕਿਉਂਕਿ ਰੱਬ ਦਾ ਇੱਕ ਨਿਜ਼ਮ ਹੈ, ਜਿਵੇਂ ਉਹਨੂੰ ਚੰਗਾ ਲੱਗਦਾ ਹੈ ਉਹਦੇ ਨਿਜ਼ਮ ਅਨੁਸਾਰ ਉਵੇਂ ਹੀ ਵਾਪਰਦਾ ਹੈ। ਸੁਣ ਭਰਥਰ ਨਾਨਕ ਕਹਿ ਵਿਚਾਰ। ਸੁਣ, ਭਰਥਰੀ ਨੂੰ ਨਾਨਕ ਜੀ ਵਿਚਾਰ ਕਹਿ ਰਹੇ ਨੇ, ਦੱਸ ਰਹੇ ਨੇ। ਨਿਰਮਲ ਨਾਮ ਮੇਰਾ ਆਧਾਰ। ਐ ਜੋਗੀ, ਐ ਦੁਨੀਆ ਦੇ ਲੋਕੋ, ਉਹ ਜੋ ਨਿਰਮਲ ਨਾਮ ਹੈ, ਰੱਬੀ ਉਪਦੇਸ਼ ਹੈ, ਗੁਰਬਾਣੀ ਦੀਆਂ ਸਿੱਖਿਆਵਾਂ ਨੇ। ਹਰ ਵਰਤਾਰੇ ਵਿੱਚ ਉਹ ਸਿੱਖਿਆ ਪਈ ਹੈ, ਹਰ ਵਰਤਾਰੇ ਦੀਆਂ ਉਦਾਹਰਨਾਂ ਦੇ ਕੇ ਗੁਰਬਾਣੀ 'ਚੋਂ ਸਿੱਖਿਆਵਾਂ ਸਮਝਾਈਆਂ ਗਈਆਂ ਨੇ। ਉਹ ਮੇਰਾ ਆਸਰਾ ਹੈ। ਇਸ ਮਨ ਨੂੰ ਬਦਲਣ ਵਾਲਾ, ਮਨ ਦੀ ਦਿਸ਼ਾ ਨੂੰ ਬਦਲਣ ਵਾਲਾ, ਮਨ ਦੇ ਵਿਚਾਰਾਂ ਨੂੰ ਬਦਲਣ ਵਾਲਾ ਰੱਬੀ ਉਪਦੇਸ਼ ਹੈ। ਹਰ ਸਿੱਖਿਆ, ਹਰ ਗੁਰਬਾਣੀ ਦੇ ਉਪਦੇਸ਼ ਨੇ ਮਨ ਦੀ ਦਿਸ਼ਾ ਬਦਲਣੀ ਹੈ, ਮਨ ਦੇ ਵਿਚਾਰ ਬਦਲਣੇ ਨੇ, ਮਨ ਦੀ ਭਾਵਨਾ ਬਦਲਣੀ ਹੈ। ਸਤਿਗੁਰੂ ਜੀ ਕਿਰਪਾ ਕਰਨ, ਗੁਰਬਾਣੀ ਦੇ ਵਿੱਚੋਂ ਗੁਰੂ ਪਾਤਸ਼ਾਹ ਦਾ ਨਜ਼ਰੀਆ ਸਮਝੀਏ, ਗੁਰਬਾਣੀ ਵਿੱਚੋਂ ਗੁਰੂ ਪਾਤਸ਼ਾਹ ਦੀ ਸੋਚ ਨੂੰ ਸਮਝੀਏ, ਆਪਣੀ ਜ਼ਿੰਦਗੀ ਵਿੱਚ ਅਪਣਾਈਏ। ਕੱਲ੍ਹ ਨੂੰ ਫਿਰ 411 ਅੰਗ ਦੀ ਵਿਚਾਰ ਲੈ ਕੇ ਤੁਹਾਡੇ ਘਰ, ਤੁਹਾਡੇ ਸਨਮੁਖ ਹਾਜ਼ਰ ਹੋਵਾਂਗਾ। ਤਦ ਤੱਕ ਲਈ ਭੁੱਲਾਂ ਚੁੱਕਾਂ ਦੀ ਖਿਮਾ। ਗੁਰੂ ਫਤਿਹ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।